लगातार तो नाले तीसरा चौथा साल है ਜਦੋਂ USCIRF ने कहा कि इंडिया वायोलेटर है, वर्स्ट उत्ते वापर रहा है, इंडिया नूं कंट्री ऑफ पर्टिकुलर कंसर्न ऐलानिया जाए रिकमेंडेशनस। परसों ही जी स्टेट डिपार्टमेंट ने अपनी रिपोर्ट दी, उहदे उन्होंने 12-13 मुल्क तो कंट्री ऑफ पर्टिकुलर कंसर्न बनाए, लेकिन इंडिया नूं ऑफ द हुक कीता। USCIRF Outraged by omission of Nigeria and India from State Department's list of countries of particular concern. Vishwa Hindu Parishad leader announces to distribute licensed swords after controversial training in Varanasi. Church members in Bengaluru seek police protection to Singh carols. The memorandum comes in the wake of two recent incidents where Hindutva outfits protested against church members for organizing prayers. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ USCIRF ਰਿਪੋਰਟ ਨੂੰ ਅਣਗੌਲਿਆਂ ਕਰਕੇ ਭਾਰਤ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਵਾਲੇ ਮੁਲਕਾਂ ਦੀ ਲਿਸਟ ਤੋਂ ਬਾਹਰ ਰੱਖਣ ਤੇ USCIRF ਨੇ ਸਖਤ ਇਤਰਾਜ਼ ਜਤਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਡੀਟੇਲ ਦੇ ਵਿੱਚ ਡਿਸਕਸ ਕੀਤਾ ਸੀ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1998 'ਚ ਰਿਲੀਜੀਅਸ ਫਰੀडम ਐਕਟ ਤੋਂ ਬਾਅਦ ਹੋਂਦ ਦੇ ਵਿੱਚ ਆਇਆ, ਜਿਸ ਦੇ ਵਿੱਚ ਬਾਈ ਪਾਰਟੀਸਨ ਡੈਮੋਕ੍ਰੈਟ ਰਿਪਬਲਿਕ ਦੋਨਾਂ ਦੇ ਨੁਮਾਇੰਦੇ ਨੇ, ਗਵਰਨਮੈਂਟ ਕਮਿਸ਼ਨ ਨੇ ਔਰ ਸਟੇਟ ਡਿਪਾਰਟਮੈਂਟ ਦੇ ਰਿਲੀਜੀਅਸ ਵਿੰਗ ਵੱਲੋਂ ਐਨੂਅਲ ਰਿਪੋਰਟ ਰਿਲੀਜੀਅਸ ਫਰੀडम ਦੀ ਹਰ ਮੁਲਕ ਬਾਰੇ ਜਾਰੀ ਕੀਤੀ ਜਾਂਦੀ। ਪਰ USCIRF ਦਾ ਜਿਹੜਾ ਮੈਂਡੇਟ ਹੈ ਉਹ ਖਾਸ ਤੌਰ 'ਤੇ ਰਿਲੀਜੀਅਸ ਫਰੀडम ਦੇ ਉੱਤੇ ਫੋਕਸਡ ਹੈ ਕਿ ਕਿਸ ਮੁਲਕ ਦੇ ਵਿੱਚ ਰਿਲੀਜੀਅਸ ਫਰੀडम ਹੈ। ਔਰ ਜ਼ਾਹਰ ਹੈ ਕਿ ਉਸ ਰਿਪੋਰਟ ਨੂੰ, ਕਿਉਂਕਿ ਇਹ ਇੱਕ ਰਿਲੀਜੀਅਸ ਫਰੀडम ਐਕਟ ਦੇ ਥੱਲੇ ਹੋਣ 'ਚ ਆਇਆ, ਸਟੇਟ ਡਿਪਾਰਟਮੈਂਟ ਨੂੰ ਐਨੂਅਲੀ ਉਹ ਰਿਪੋਰਟ ਦਿੱਤੀ ਜਾਂਦੀ ਹੈ, ਉਸ ਨੂੰ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਰਿਲੀਜ਼ ਵੀ ਕੀਤਾ ਜਾਂਦਾ ਹੈ। ਔਰ ਇਹ ਆਲਮੋਸਟ ਬਾਈਂਡਿੰਗ ਵਾਂਗ ਹੋਣਾ ਚਾਹੀਦਾ ਸੀ ਜਦੋਂ ਇਹ ਐਕਟ ਬਣਿਆ ਕਿ ਉਸ ਦੇ ਉੱਤੇ ਅਮਲ ਦਰਾਮਦ ਕੀਤੀ ਜਾਏ। ਹਾਂ, ਇੱਕ ਵਾਰ ਜ਼ਰੂਰ ਅਮਲ ਦਰਾਮਦ ਹੋਈ ਜੇ ਨਰਿੰਦਰ ਮੋਦੀ ਦੇ ਉੱਤੇ 2002 ਤੋਂ ਬਾਅਦ 2014 ਤੱਕ ਉਸ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲੱਗੀ ਤਾਂ ਉਹਦਾ ਕਾਰਨ USCIRF ਦੀ ਰਿਪੋਰਟ ਸੀ, ਕਿਉਂਕਿ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ ਜਿਹੜਾ ਨਰਿੰਦਰ ਮੋਦੀ ਨੂੰ USCIRF ਦੇ ਵਿੱਚ ਜਿਹੜਾ ਉਹ ਦੋਸ਼ੀ ਠਹਿਰਾਇਆ ਗਿਆ ਸੀ। ਇਹਦੇ 'ਚ ਇਹ ਵੀ ਦਿਲਚਸਪ ਗੱਲ ਮੈਂ ਮੈਂਸ਼ਨ ਕਰਦੇ ਹਾਂ ਕਿ ਵੀ ਅਸੀਂ ਜਦੋਂ ਕਿ ਉਸੇ ਦੌਰ ਦੇ ਵਿੱਚ 2005 ਜਾਂ 2006 ਦੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ USCIRF ਦਾ ਇੱਕ ਇਹ ਮੀਡੀਆ 'ਚ ਆਇਆ ਕਿ ਉਹਨਾਂ ਦਾ ਇੱਕ ਡੈਲੀਗੇਸ਼ਨ ਜਿਹਦੇ 'ਚ ਉਹਨਾਂ ਦੇ ਚੀਫ ਔਰ 2 ਹੋਰ ਕਮਿਸ਼ਨਰ ਭਾਰਤ ਦੇ ਦੌਰੇ 'ਤੇ ਜਾ ਰਹੇ ਨੇ। ਤੇ ਮੈਂ ਵਾਸ਼ਿੰਗਟਨ ਬੇਸ ਸੀ, ਅਸੀਂ ਇੱਕ ਡੈਲੀਗੇਸ਼ਨ ਲੈ ਕੇ USCIRF ਵਾਲਿਆਂ ਨੂੰ ਮਿਲੇ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿੱਥੇ ਜਾਣਾ ਹੈ, ਉਹ ਜ਼ਾਹਰ ਹੈ ਕਿ ਵੀ ਉਹਨਾਂ ਦਾ ਟਾਰਗੇਟਡ ਪਲੇਸ ਜ਼ਿਆਦਾ ਗੁਜਰਾਤ ਸੀ, ਪਰ ਅਸੀਂ ਕਿਹਾ ਵੀ ਅਸੀਂ ਵੱਡੀ ਜਿਹੜੀ ਹੈ ਇਹਨਾਂ ਦੀ ਜਿਹੜੀ ਐਂਟਾਈ ਸਿੱਖ ਪਾਲਿਸੀਜ਼ ਹਕੂਮਤ ਦਾ ਸ਼ਿਕਾਰ ਹੈ ਤੇ ਅਸੀਂ ਇਹ ਅਰੇਂਜਮੈਂਟ ਕਰ ਰਹੇ ਹਾਂ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਨਹੀਂ ਵੀ ਜਾਣਾ ਹੈ ਕਿ ਤੁਹਾਨੂੰ ਸਿੱਖ ਡੈਲੀਗੇਸ਼ਨ ਜਿਹੜੇ ਨੇ ਉਹ ਦਿੱਲੀ ਔਰ ਦੂਸਰੀ ਥਾਂ 'ਤੇ ਜਿੱਥੇ ਤੁਹਾਡਾ ਹੋਣਾ ਉੱਥੇ ਤੁਹਾਨੂੰ ਆ ਕੇ ਮਿਲ ਸਕਦੇ ਨੇ। ਪਰ ਇਹ ਸਾਰਾ ਕਹਿਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੇ ਵੀਜ਼ੇ ਤੁਹਾਨੂੰ ਮਿਲ ਗਏ ਨੇ? ਚੇਅਰਮੈਨ ਸੀ, ਉਹਨਾਂ ਦੇ ਆਫਿਸ 'ਚ ਗਏ, ਉਹ ਕਹਿੰਦੇ ਨਹੀਂ ਅਸੀਂ ਪਾਸਪੋਰਟ ਭੇਜੇ ਹੋਏ ਨੇ ਐਂਡ ਵੀ ਆਰ ਵੇਟਿੰਗ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਵੈਸੇ ਜੇ ਤੁਸੀਂ ਮੇਰੀ ਹੰਚ ਜੇ ਮੈਂ ਤੁਹਾਨੂੰ ਦੱਸਾਂ ਤਾਂ ਯੂ ਵਾਂਟ ਗੈਟ ਦਾ ਵੀਜ਼ਾ। ਔਰ ਦਿਲਚਸਪ ਗੱਲ, ਉਹ ਵਾਕਈ ਉਹਨਾਂ ਨੂੰ ਵੀਜ਼ਾ ਉਹਨਾਂ ਨੇ ਡਿਨਾਈ ਕਰਤਾ ਔਰ ਉਸ ਤੋਂ ਬਾਅਦ ਅੱਜ ਤੱਕ ਵੀ ਡਿਨਾਈ ਕੀਤਾ। ਉਸ ਤੋਂ ਬਾਅਦ ਅਗਲੇ ਸਾਲ ਜਦੋਂ ਮਿਲਣ ਮੈਂ ਗਿਆ, ਉਹੀ ਚੇਅਰਮੈਨ ਸੀ ਤੇ ਉਹ ਮੈਨੂੰ ਦੇਖ ਕੇ ਕਹਿੰਦਾ ਵੀ ਟੈਲ ਮੀ ਸਮਥਿੰਗ ਅਬਾਊਟ ਮਾਈ ਫਿਊਚਰ ਐਜ਼ ਵੈਲ। ਮੈਂ ਕਿਹਾ ਜੀ ਮੈਂ ਕੋਈ ਜਿਹੜਾ ਕੋਈ ਪਾਮਿਸਟ ਐਸਟ੍ਰੋਲੋਜਰ ਨਹੀਂ ਹਾਂ। ਕਹਿੰਦੇ ਵੀ ਵੀ ਵਰ ਸ਼ੋਰ ਕਿ ਵੀ ਇਹ ਸਾਨੂੰ ਦੇ ਡਿਨਾਈਡ ਵੀਜ਼ਾ। ਮੈਂ ਕਿਹਾ ਜੀ ਹਾਂ ਬਿਲਕੁਲ, ਜਿਹੜੇ ਐਮਨੈਸਟੀ ਇੰਟਰਨੈਸ਼ਨਲ ਨੂੰ ਬੈਨ ਕਰ 80s ਦੇ ਵਿੱਚ ਹੀ ਬੈਨ ਕੀਤਾ ਹੋਇਆ ਸੀ। ਔਰ ਜਿਹੜੇ ਦੋਜ਼ ਹੂ ਕੈਨ ਗੈਟ ਅਵੇ ਵਿਦ ਐਨੀਥਿੰਗ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਤੁਹਾਡਾ ਵੀ ਇਹ ਸਾਰਾ ਕੰਮ ਜਿਹੜਾ ਇਹ ਜਸਟ ਇੱਕ ਪੇਪਰ ਵਰਕ ਵਾਂਗ ਹੀ ਮਹਿਦੂਦ ਹੈ। ਅਲਟੀਮੇਟਲੀ ਇੰਟਰਸਟ ਤੁਹਾਡੇ ਜੁੜੇ ਹੋਏ ਨੇ, ਕਿਉਂਕਿ
9/11 ਹੋ ਚੁੱਕਾ ਸੀ ਐਂਡ ਪੋਸਟ 9/11 ਅਮਰੀਕਾ ਜਿਹੜਾ ਉਹ ਇੰਡੀਆ ਵੱਲ ਝੁਕਾ ਔਰ ਇੰਡੋ US ਨਿਊਕਲੀਅਰ ਡੀਲ ਜਿਹੜੀ ਜੂਨੀਅਰ ਬੁਸ਼ ਦੇ ਪੀਰੀਅਡ 'ਚ ਹੋਈ। ਉਸ ਤੋਂ ਬਾਅਦ ਤਾਂ ਸਵਾਲ ਹੀ ਨਹੀਂ ਸੀ ਕਿ ਵੀ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਅਮਰੀਕਾ ਜਿਹੜਾ ਹਾਂ ਜਦੋਂ ਇੰਡੀਆ ਉਹਨਾਂ ਦੇ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ ਔਰ ਤੁਸੀਂ ਅੱਜ ਵੀ ਯੂਨਾਈਟਿਡ ਨੇਸ਼ਨਸ ਦਾ ਰਿਕਾਰਡ ਕੱਢ ਕੇ ਦੇਖ ਲਓ ਭਾਰਤ ਨੇ ਅਮਰੀਕਾ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਹੋਇਆ UN 'ਚ ਦੈਨ USSR ਇਟਸੈਲਫ। ਅੱਛਾ। ਔਰ ਉਹ ਇੱਕ ਜ਼ਮਾਨਾ ਹੋਰ ਸੀ ਪਰ ਜਦੋਂ ਟੁੱਟਿਆ ਹੌਲੀ ਹੁਣ ਤਾਂ ਗੱਲ ਹੀ ਹੋਰ ਹੋ ਗਈ। ਲੇਕਿਨ ਇਹ ਗੱਲ ਦਾ ਕ੍ਰੈਡਿਟ ਜਾਂਦਾ USCIRF ਨੂੰ ਕਿ ਉਹ ਆਪਣੀਆਂ ਰਿਪੋਰਟਸ ਦੇ ਨਾਲ ਇਨਸਾਫ ਕਰਦੇ ਨੇ ਔਰ ਇਸ ਵਾਰ ਦੀ ਰਿਪੋਰਟ 'ਚ ਵੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕੈਟਾਗਰੀਜ਼ ਜਿਹੜੇ ਮੁਲਕ ਹਿਊਮਨ ਰਾਈਟਸ ਦੇ ਵਾਇਓਲੇਟਰ ਨੇ ਖਾਸ ਤੌਰ 'ਤੇ ਰਿਲੀਜੀਅਸ ਫਰੀਡਮ ਦੇ ਹਵਾਲੇ ਨਾਲ ਉਹਨਾਂ ਨੂੰ ਕਿਹੜੇ ਕੰਟਰੀ ਆਫ ਕੰਸਰਨ ਹੈ COC, ਕਿਹੜੇ ਮੁਲਕ ਜਿਹੜੇ ਇਸ ਤੋਂ ਵੀ ਖਤਰਨਾਕ ਕੰਟਰੀ ਆਫ ਪਰਟੀਕੂਲਰ ਕੰਸਰਨ ਹੈ COPC, ਫਿਰ ਜਿਹੜੇ ਰੈੱਡ ਅਲਰਟ ਲਿਸਟ ਦੇ ਵਿੱਚ ਨੇ ਉਹਨਾਂ ਨੂੰ। ਔਰ ਉਹਨਾਂ ਨੇ ਕਿਉਂਕਿ 2002 ਦੀਆਂ ਰਿਪੋਰਟਾਂ ਤੋਂ ਬਾਅਦ ਉਹਨਾਂ ਨੇ ਮੋਦੀ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਹੋਇਆ ਸੀ, ਇਸ ਲਈ ਉਸੇ ਐਕਟ ਦੇ ਥੱਲੇ ਮੋਦੀ ਨੂੰ ਵੀਜ਼ਾ ਜਿਹੜਾ ਅਮਰੀਕਾ ਦਾ ਡਿਨਾਈ ਕੀਤਾ ਗਿਆ ਸੀ। ਇਹ ਵੱਖਰੀ ਗੱਲ ਹੈ ਕਿ 2014 ਤੋਂ ਪਹਿਲਾਂ ਹੀ ਜਦੋਂ ਕਿ ਇਹਨਾਂ ਨੇ ਉੱਥੇ ਆਪਣੇ ਸਰਵੇ ਕਰਾ ਕੇ ਦੇਖ ਲਿਆ ਸੀ ਕਿ ਵੀ ਇਹ ਪਾਵਰ 'ਚ ਆ ਸਕਦਾ ਹੈ, ਉਦੋਂ ਜਿਹੜੀ ਅਮਰੀਕਾ ਦੀ ਐਂਬੈਸਡਰ ਸੀ ਦਿੱਲੀ ਦੇ ਵਿੱਚ ਉਹ ਮੋਦੀ ਨੂੰ ਮਿਲਣ ਵੀ ਗਈ ਔਰ ਉਹ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨੂੰ ਜਿਹੜਾ ਉਹ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ। ਔਰ ਅੱਜ ਕਿਉਂਕਿ ਔਨ ਰੈਕਰਡ ਹੈ ਹੁਣ ਵੀ ਜਦੋਂ ਇਹ ਸਵਾਲ ਆਇਆ ਕਿ ਵੀ ਜਿਹੜਾ ਕਰਾਊਨ ਪ੍ਰਿੰਸ ਹੈ ਸਾਊਦੀ ਅਰੇਬੀਆ ਦਾ ਜਿਹੜਾ ਉਹ ਜਰਨਲਿਸਟ ਖਸ਼ੋਗੀ ਦੇ ਮਰਡਰ 'ਚ ਇਨਵੋਲਵ ਹੈ, ਜਿਹਨੂੰ ਸਾਰੀਆਂ ਇਨਵੈਸਟੀਗੇਸ਼ਨ CIA ਤੋਂ ਲੈ ਕੇ ਟਰਕੀ ਤੱਕ ਦੀਆਂ ਉਹਨੂੰ ਦੋਸ਼ੀ ਬਣਾਉਂਦੀਆਂ ਨੇ, ਉਹਨੂੰ ਕਿਵੇਂ ਆਫ ਦਾ ਹੁੱਕ ਕੀਤਾ ਜਾਂ ਬਾਈਡਨ ਉਹਨੂੰ ਕਿਵੇਂ ਜਾ ਕੇ ਮਿਲਿਆ। ਔਰ ਦੂਜਾ ਤੇ ਉਹਨਾਂ ਨੇ ਕੋਟ ਕੀਤਾ ਜੀ ਕਿਉਂਕਿ ਇਹ ਹੁਣ ਜਿਹੜਾ ਔਰ ਅਦਾਲਤ 'ਚ ਵੀ ਅਮਰੀਕਾ ਨੇ ਕਿਹਾ ਉਹਦੇ ਖਿਲਾਫ ਜਿਹੜੀ ਉਹਦੀ ਫਿਆਂਸੇ ਹੈ ਮਿਸਟਰ ਖਸ਼ੋਗੀ ਦੀ ਉਹਨੇ ਕੇਸ ਕੀਤਾ ਹੋਇਆ ਸੀ ਤੇ ਅਮਰੀਕਾ ਨੇ ਕਿਹਾ ਜੀ ਕਿਉਂਕਿ ਉਹ ਹੁਣ ਕਰਾਊਨ ਪ੍ਰਿੰਸ ਜਿਹੜਾ ਉਹਨੂੰ ਨੋਮੀਨੇਟ ਕਰ ਦਿੱਤਾ ਹੋਇਆ ਐਜ਼ ਏ ਪ੍ਰਾਈਮ ਮਿਨਿਸਟਰ, ਇਸ ਲਈ ਅਸੀਂ ਕਾਰਵਾਈ ਨਹੀਂ। ਔਰ ਉਹਦੇ 'ਚ ਵਾਈਟ ਹਾਊਸ ਨੇ ਫਿਰ ਉਦਾਹਰਨ ਦਿੱਤੀ, ਦੇਖੋ ਜੀ ਅਸੀਂ ਉਸ ਤੋਂ ਪਹਿਲਾਂ ਵੀ ਮੋਦੀ ਨੂੰ ਵੀ ਆਫ ਦਾ ਹੁੱਕ ਕੀਤਾ ਸੀ ਵਾਂਸ ਹੀ ਬਿਕੇਮ ਪ੍ਰਾਈਮ ਮਿਨਿਸਟਰ। ਸੋ ਇਹ ਨਹੀਂ ਹੈ ਵੀ ਆਫ ਦਾ ਰੈਕਰਡ ਹੈ। ਲੇਕਿਨ ਕੱਲ ਜਦੋਂ ਸਟੇਟ ਡਿਪਾਰਟਮੈਂਟ ਨੇ ਹੁਣ ਜਿਹੜੀ ਇਸ ਸਾਲ ਦੀ USCIRF ਦੀ ਰਿਪੋਰਟ ਸੀ ਉਹਦੇ 'ਚ ਉਹਨਾਂ ਨੇ ਲਗਾਤਾਰ ਤਾਂ ਨਾਲੇ ਤੀਸਰਾ ਚੌਥਾ ਸਾਲ ਹੈ ਜਦੋਂ USCIRF ਨੇ ਕਿਹਾ ਕਿ ਇੰਡੀਆ ਵਾਇਓਲੇਟਰ ਹੈ, ਵਰਸਟ ਉੱਤੇ ਵਾਪਰ ਰਿਹਾ ਹੈ। ਚਰਚਿਸ ਦੇ ਹਵਾਲੇ ਨਾਲ ਇਹਨਾਂ ਕੋਲ ਰਿਪੋਰਟਸ ਹੁੰਦੀਆਂ ਨੇ, ਮਸੀਤਾਂ ਦੇ ਨਾਲ ਮੁਸਲਮਾਨ, ਈਸਾਈ, ਦਲਿਤ, ਸਿੱਖ, ਇਹ ਸਾਰੇ ਰਿਪੋਰਟਸ ਉਹਨਾਂ ਦੇ ਕੋਲ ਵੀ ਹੁੰਦੀਆਂ ਨੇ। ਚਲੋ ਹਰ ਕੋਈ ਆਪੋ ਆਪਣੀ ਰਿਪਰੈਜ਼ੈਂਟੇਸ਼ਨ ਵੀ ਦਿੰਦਾ ਕਿ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ, ਰਿਕਮੈਂਡੇਸ਼ਨਸ। ਪਿਛਲੇ ਵਰਿਆਂ 'ਚ ਵੀ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਔਰ ਪਰਸੋਂ ਹੀ ਜਿਹੜੀ ਸਟੇਟ ਡਿਪਾਰਟਮੈਂਟ ਨੇ ਆਪਣੀ ਰਿਪੋਰਟ ਦਿੱਤੀ ਉਹਦੇ 'ਚ ਉਹਨਾਂ ਨੇ 12-13 ਮੁਲਕ ਤਾਂ ਕੰਟਰੀ ਆਫ ਪਰਟੀਕੂਲਰ ਕੰਸਰਨ ਬਣਾਏ ਲੇਕਿਨ ਇੰਡੀਆ ਨੂੰ ਆਫ ਦਾ ਹੁੱਕ ਕੀਤਾ। ਔਰ ਅਮਰੀਕਨਾਂ ਦੀ ਜਾਂ ਅੰਗਰੇਜ਼ੀ ਜ਼ਬਾਨ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਉਹਨੂੰ ਕਹਿੰਦੇ ਨੇ ਸਲੈਪ ਔਨ ਦਾ ਰਿਸਟ ਨਾ ਟੈਪ ਔਨ ਦਾ ਰਿਸਟ। ਜਦੋਂ ਕਿਸੇ ਨੂੰ ਕੋਈ ਵੱਡਾ ਜੁਰਮ ਕਰੇ ਤਾਂ ਐ ਉਹਨੂੰ ਕਰਨਾ, ਮਤਲਬ ਇਹ ਹੈ ਕਿ ਵੀ ਠੀਕ ਹੈ ਕਾਕਾ ਦੁਬਾਰਾ ਨਾ ਕਰਿਆ ਕਰੋ, ਜਾਓ ਤੁਸੀਂ ਬਹੁਤ ਮਾੜਾ ਕੀਤਾ। ਮਤਲਬ ਇਹ ਹੈ ਕਿ ਇਹ ਟੈਪ ਔਨ ਦਾ ਰਿਸਟ ਹੈ। ਹੁਣ ਕਿਉਂਕਿ USCIRF ਨੂੰ ਵੀ ਇਹ ਲੱਗਾ ਕਿ ਵੀ ਇਹ ਸਟੇਟ ਔਰ ਅੱਜ USCIRF ਦੀ ਸਟੇਟਮੈਂਟ ਹੈ USCIRF outraged by omission of Nigeria and India from State Department's list of countries of particular concern। ਬਸ ਇੰਨਾ ਕੀ ਇਹਦੇ ਨਾਲ ਹੀ ਸਟੇਟਮੈਂਟ ਦਾ ਕਿ ਵੀ the US Commission on International Religious Freedom finds it inexplicable that the US Department of State did not include Nigeria or India in its latest designation of countries of particular concern under the International Religious Freedom Act, turning a blind eye to both countries, particularly severe religious freedom violations. So, just it is the tap on the wrist। ਪਰ ਮੈਂ ਦੇਖ ਰਿਹਾ ਸੀ ਕਿ ਵੀ ਬਾਕੀ ਤਾਂ ਉਹੀ ਹੈ ਜੀ ਇੱਧਰ ਉੱਧਰ ਕਿ 2-3 ਖਬਰਾਂ ਜਿਹੜੀਆਂ ਪਿਛਲੇ 2 ਦਿਨਾਂ 'ਚ ਹੀ ਅਪੀਅਰ ਹੁੰਦੀਆਂ ਨੇ ਜਿਹੜੀਆਂ ਦੱਸ ਰਹੀਆਂ ਕਿ ਹੁਣ ਇਸ ਸਭ ਦਾ ਇੰਪੈਕਟ ਕਿੱਥੇ ਕੀ ਹੋਣ ਜਾ ਰਿਹਾ। ਇਹ ਖਬਰ ਹੈ ਵਿਸ਼ਵ ਹਿੰਦੂ ਪਰਿਸ਼ਦ ਲੀਡਰ announces to distribute licensed swords after controversial training in Varanasi।
It is contrary to Indian law according to which one needs to have a license for keeping any kind of sword or knife that is larger than 9 inches and those that are not kitchen appliances. ਹੁਣ ਇਹ ਅਨਾਉਂਸਮੈਂਟ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਵਾਰਾਣਸੀ 'ਚ ਕੀਤੀ ਗਈ ਕਿ ਬਈ ਅਸੀਂ ਜਿਹੜਾ ਲਾਇਸੈਂਸ ਸੌਰਡਸ ਦਿਆਂਗੇ ਅਲੋਂਗ ਵਿਦ ਲਾਠੀਆਂ ਦੇ ਫॉर ਫ੍ਰੀ ਮੇਕਿੰਗ ਇਟ ਅ ਹੈਡਲਾਈਨ ਔਰ ਉਹਦੇ ਤੇ ਜਿਹੜਾ ਸੰਜੇ ਹਿੰਦੂ ਸਿਨ ਹੈ ਜਿਹੜਾ ਬੀਜੇਪੀ ਦਾ ਕਾਂਸ਼ੀ ਮਹਾਨਗਰ ਦਾ ਜੁਆਇੰਟ ਜਨਰਲ ਸੈਕਟਰੀ ਹੈ ਉਹਨੇ ਇਹ ਕਿਹਾ ਕਿ ਵੀ ਆਰ ਗਿਵਿੰਗ ਟ੍ਰੇਨਿੰਗ ਇਨ ਕੁੰਗ ਫੂ ਜਿਹੜਾ ਮਾਰਸ਼ਲ ਆਰਟ ਹੈ along with license for sword with sticks at ਬਾਲ ਉਪਾਸਨਾ ਕੇਂਦਰ ਨੀਅਰ ਲੋਹੀਆ ਨਗਰ ਇਨ ਸਾਰਨਾਥ ਏਰੀਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਜਿਹੜਾ ਫ੍ਰੀ ਆਫ ਕਾਸਟ ਟ੍ਰੇਨਿੰਗ ਲਾਠੀ ਦੇ ਵਿੱਚ ਤੇ ਨਾਈਫ ਚਲਾਉਣ ਦੀ ਟ੍ਰੇਨਿੰਗ ਸੌਰਡ ਚਲਾਉਣ ਦੀ ਟ੍ਰੇਨਿੰਗ 1 ਮਹੀਨੇ 'ਚ ਕੁੰਗ ਫੂ ਇਹ ਸਾਰਿਆਂ ਦੀ ਔਰ ਅਸੀਂ ਫਿਰ ਉਸ ਤੋਂ ਬਾਅਦ ਜਿਹੜੀਆਂ ਨੇ ਲਾਇਸੈਂਸ ਸੌਰਡਸ ਔਰ ਦੂਸਰੀਆਂ ਤੀਸਰੀਆਂ ਫ੍ਰੀ ਦੇਵਾਂਗੇ। ਹੁਣ ਹਾਲਤ ਅੱਜ ਇਹ ਹੈ ਕਿ ਬੰਗਲੁਰੂ ਕਰਨਾਟਕਾ ਦੇ ਵਿੱਚ ਹੈ ਵੱਡੀ IT ਹੱਬ ਹੈ। ਹੁਣ ਕ੍ਰਿਸਮਸ ਆ ਰਹੀ ਹੈ। ਚਰਚ ਮੈਂਬਰਸ ਇਨ ਬੰਗਲੁਰੂ ਸੀਕ ਪੁਲਿਸ ਪ੍ਰੋਟੈਕਸ਼ਨ ਟੂ ਸਿੰਗ ਕੈਰਲਸ। ਹੁਣ ਜਦੋਂ ਕ੍ਰਿਸਮਸ ਦੇ ਉੱਤੇ ਜਿਹੜੇ ਜੀਸਸ ਦੀ ਆਮਦ ਦੇ ਉੱਤੇ ਗੀਤ ਗਾਏ ਜਾਂਦੇ ਨੇ ਰਿਲੀਜੀਅਸ ਉਹਨਾਂ ਨੂੰ ਕੈਰਲਸ ਕਹਿੰਦੇ ਨੇ ਕਿ the memorandum comes in the wake of 2 recent incidents where Hindutva outfits protested against church members for organizing prayers. ਉਹਨਾਂ ਨੇ ਕਿਹਾ ਜੀ ਆਲਰੇਡੀ ਚਰਚ ਮੈਂਬਰਾਂ ਦੇ ਖਿਲਾਫ ਇਹ ਪ੍ਰੋਟੈਸਟ ਔਰ ਉਹਨਾਂ ਦੀ ਮਾਰ ਕੁਟਾਈ ਹੋ ਰਹੀ ਹੈ ਔਰ ਅਖਿਲ ਭਾਰਤੀ ਕ੍ਰਿਸਤਾ ਮਹਾਸਭਾ ਨੇ ਮੈਮੋਰੈਂਡਮ ਦਿੱਤਾ ਹੈ ਜਨਰਲ ਸੈਕਟਰੀ ਨੂੰ ਬੰਗਲੁਰੂ ਦੇ ਕਿ ਸਾਨੂੰ ਜਿਹੜਾ ਪ੍ਰੋਟੈਕਸ਼ਨ ਦਿਓ ਕਿ ਜਦੋਂ ਦੇ ਇਹ ਲਾਅ ਐਂਟੀ ਕਨਵਰਸ਼ਨ ਔਰ ਦੂਸਰੇ ਤੀਸਰੇ ਬਣੇ ਨੇ ਕ੍ਰਿਸਚਨਸ ਦੇ ਉੱਤੇ ਅਟੈਕ ਹੋ ਰਹੇ ਨੇ ਕੈਰਲ ਸਿੰਗਿੰਗ ਦੇ ਉੱਤੇ ਪਾਬੰਦੀ ਹੈ ਸਾਡੇ ਘਰਾਂ ਦੇ ਵਿੱਚ ਵੀ ਆ ਕੇ ਜਿਹੜਾ ਉਹ ਹਮਲੇ ਹੋ ਰਹੇ ਨੇ ਕਿਉਂ ਇਸ ਲਈ ਅਸੀਂ ਇਹ ਰਿਕੁਐਸਟ ਕਰਦੇ ਹਾਂ ਡਿਸਟ੍ਰਿਕਟ ਪੁਲਿਸ ਨੂੰ ਕਿ ਭਾਈ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ। ਉਹਨੇ ਫਿਰ 2 ਘਟਨਾਵਾਂ ਕੋਟ ਕੀਤੀਆਂ ਨੇ ਇੱਕ ਚੰਨਾ ਪਤਨਾ 'ਚ ਮਧੂਰ 'ਚ ਵੇਅਰ ਹਿੰਦੂਤਵਾ ਆਰਗੇਨਾਈਜੇਸ਼ਨਸ ਬੀਟਡ ਦ ਮੈਂਬਰਸ ਆਫ ਚਰਚ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਤੋਂ ਪਹਿਲਾਂ ਵੀ ਅਸੀਂ ਮੈਮੋਰੈਂਡਮ ਦਿੱਤਾ ਹੈ ਔਰ ਸਾਨੂੰ ਜਿਹੜੀ ਹੈ ਉਹ ਦਿੱਤਾ ਜਾਏ ਹਿਫਾਜ਼ਤ ਦਿੱਤੀ ਜਾਏ। ਔਰ ਕੱਲਾ ਇਹ ਨਹੀਂ ਹੈ ਈਵਨ ਹੁਣ ਆ ਕਾਂਗਰਸ ਦਾ ਵੱਡਾ ਲੀਡਰ ਹੈ ਜੈ ਰਾਮ ਰਮੇਸ਼ ਮਿਨਿਸਟਰ ਵੀ ਰਿਹਾ ਪਹਿਲੀ ਕੈਬਨਿਟ ਪੋਸੀਬਿਲਿਟੀ ਆਫ ਇੰਡੀਆਜ਼ ਡਿਵੀਜ਼ਨ ਇਨਕਰੀਜ਼ਡ ਡਿਊ ਟੂ PM ਮੋਦੀਜ਼ ਪਾਲਿਸੀਜ਼। ਲੰਬੀ ਚੌੜੀ ਸਟੇਟਮੈਂਟ ਹੈ ਕਿ ਜਿਸ ਅੰਦਾਜ਼ ਦੇ ਵਿੱਚ ਪੋਲਰਾਈਜ਼ ਕਰ ਦਿੱਤਾ ਗਿਆ ਸੁਸਾਇਟੀ ਨੂੰ ਨਫ਼ਰਤ ਹੈ ਔਰ ਹਿੰਦੂ ਧਰਮ ਸੰਸਦ ਨੇ ਤਾਂ ਓਪਨ ਕਾਲ ਦਿੱਤੀ ਉਹਨਾਂ 'ਚ ਇਕੱਲੇ ਮਰਦ ਨਹੀਂ ਨੇ ਉਹ ਭਗਵਾ ਕੱਪੜੇ ਵਾਲੀਆਂ ਉਹਨਾਂ ਦੀਆਂ ਸਾਧਵੀਆਂ ਵੀ ਔਰ ਆ ਜਿਹੜੀ ਹੁਣ ਇੱਕ MP ਬਣਾਈ ਹੋਈ ਹੈ ਪ੍ਰਗਵੀ ਸਾਧਵੀ ਪ੍ਰਗਿਆ ਜਿਹਨੇ ਜਿਹੜਾ ਉਹ ਜਿਹੜੀ ਸਮਝੌਤਾ ਐਕਸਪ੍ਰੈਸ ਦੇ ਉੱਤੇ ਬੰਬ ਚਲਾਇਆ ਮਾਲੇਗਾਂਵ ਦੇ ਉੱਤੇ ਔਰ ਇਹ ਸਾਰੇ ਉਸ ਵਿਚਾਰੇ ਹੇਮੰਤ ਕਾਰਕਰੇ ਜਿਹੜਾ ਇੱਕ ਇਮਾਨਦਾਰ ਐਂਟੀ ਟੈਰਰਿਜ਼ਮ ਸੈੱਲ ਦਾ ਹੈਡ ਸੀ ਉਹ ਵੀ ਇਹਨਾਂ ਨਹੀਂ ਮਾਰਿਆ ਕਿਉਂਕਿ ਉਹਨੇ ਇਹ ਜਿਹੜਾ ਹਿੰਦੂਤਵੀ ਗਰੁੱਪ ਵਿਦਨ RSS ਦੇ ਅਭਿਨਵ ਭਾਰਤ ਜਿਹਨੂੰ ਕਦੇ ਫਾਊਂਡ ਹੀ ਜਿਹੜਾ ਉਹ ਸਾਵਰਕਰ ਨੇ ਕੀਤਾ ਸੀ ਉਸ ਦੇ ਨਾਲ ਲਿੰਕ ਕੱਢੇ ਕਿ ਜੋ ਮਾਲੇਗਾਂਵ ਔਰ ਹੈਦਰਾਬਾਦ ਮਸੀਤਾਂ ਸਮਝੌਤਾ ਐਕਸਪ੍ਰੈਸ ਕਰਨਲ ਪ੍ਰੋਤ ਉਹ ਸਾਰੀ ਖੇਡ ਹੁਣ ਇਹ ਸਾਰੇ 'ਚ ਜਦੋਂ ਜੇ USCIRF ਦੀ ਰਿਪੋਰਟ ਨੂੰ ਦਰਕਨਾਰ ਕਰਕੇ ਸਟੇਟ ਡਿਪਾਰਟਮੈਂਟ ਇੰਡੀਆ ਨੂੰ ਕਲੀਨ ਚਿੱਟ ਦਿੰਦਾ ਹੈ ਤੇ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਹਮਲੇ ਮਾਈਨੋਰਿਟੀਜ਼ ਦੇ ਉੱਤੇ ਬਹੁਤ ਜ਼ਿਆਦਾ ਹੋਣਗੇ ਔਰ 2024 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਪੈਮਾਨੇ ਦੇ ਉੱਤੇ ਇਹ ਹੁਣ ਕਿਹਦੀ ਵਾਰੀ ਆਉਂਦੀ ਹੈ ਸਿੱਖ ਵੀ ਇਸ ਵੇਲੇ ਜਿਹਨੂੰ ਕਹਿੰਦੇ ਨੇ ਇਨ ਦਾ ਸਟਾਰਮਸ ਆਈ ਨੇ ਬਹੁਤ ਰੜਕ ਰਹੇ ਨੇ ਕਿਸਾਨਾਂ ਦੀ 13 ਮਹੀਨੇ ਦੀ ਐਜੀਟੇਸ਼ਨ 'ਚ ਮੋਦੀ ਦੀ ਧੌਣ 'ਚੋਂ ਸਰੀਆ ਕੱਢਣਾ ਔਰ ਇਹ ਹਿੰਦੂ ਤਵੀਆਂ ਨੂੰ ਬਹੁਤ ਲੱਗ ਰਿਹਾ ਵੀ ਉਹਨਾਂ ਨੇ ਜਿਹਨੂੰ ਕਹਿੰਦੇ ਇਚਿੰਗ ਕਿ ਵੀ ਕਰੀਏ ਹੁਣ ਉਹ ਮੁਸਲਮਾਨਾਂ ਦੇ ਨੂੰ ਟਾਰਗੇਟ ਕਰਦੇ ਨੇ ਈਸਾਈਆਂ ਨੂੰ ਪਰ ਕਿਉਂਕਿ ਇੱਥੋਂ ਵਾਲਿਆਂ ਨੂੰ ਤਾਂ ਜੇ ਫਿਕਰ ਹੀ ਕੋਈ ਨਹੀਂ ਇਹੀ ਸੁਪਰ ਪਾਵਰ ਦੁਨੀਆ ਦੇ ਵੱਡੇ ਪੁਲਿਸਮੈਨ ਬਣੇ ਹੋਏ ਨੇ ਤੇ ਜੇ ਇਹਨਾਂ ਨੇ ਇੰਡੀਆ ਨੂੰ ਕਿਹਾ ਜੀ ਕੋਈ ਨਹੀਂ ਤੁਸੀਂ ਕਰ ਲਓ ਵੀ ਆਰ ਲੁਕਿੰਗ ਦਾ ਅਦਰ ਵੇ ਫਿਰ ਕਿਸੇ ਦੀ ਵੀ ਵਾਰੀ ਆ ਸਕਦੀ ਬਿਲਕੁਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।